students, in this video we will discuss about the genetic disorders, that is color blindness and hemophilia. So firstly we will do revision. What is genetic disorder? Genetic disorder is a disease that is caused by an abnormality in an individual's DNA. Abnormalities can range from a small mutation in DNA or addition or subtraction of an entire chromosome or set of chromosomes. ਸੋ ਜੈਨੇਟਿਕ ਡਿਸਆਰਡਰ ਕੀ ਨੇ? ਇਹ ਉਹ ਡਿਜ਼ੀਜ਼ ਹੈ ਜਿਹੜੀ ਕਿਹਦੇ ਕਰਕੇ ਹੁੰਦੀ ਹੈ? ਕਿਸੇ ਅਬਨੋਰਮੈਲਿਟੀ, ਕਿਸੇ ਚੇਂਜ ਕਰਕੇ ਕਿਸੇ ਵੀ ਇੰਡੀਵਿਜੂਅਲ ਦੇ DNA ਦੇ ਵਿੱਚ, ਮਤਲਬ ਉਹਦੇ ਜੈਨੇਟਿਕ ਮਟੀਰੀਅਲ ਦੇ ਵਿੱਚ ਕੋਈ ਵੀ ਜਦੋਂ ਚੇਂਜ ਆ ਜਾਂਦੀ ਹੈ ਕਿਸੇ ਪਰਸਨ ਦੇ, ਤਾਂ ਕੋਈ ਨਾ ਕੋਈ ਉਹਨੂੰ ਪ੍ਰੋਬਲਮ ਆ ਜਾਂਦੀ ਹੈ, ਬਿਮਾਰੀ ਲੱਗ ਜਾਂਦੀ ਹੈ। ਉਹਨੂੰ ਕੀ ਕਹਿੰਦੇ ਆਪਾਂ? ਜੈਨੇਟਿਕ ਡਿਸਆਰਡਰ। ਉਹ ਪ੍ਰੋਬਲਮ ਕੀ ਹੋ ਸਕਦੀ ਹੈ? ਕੋਈ ਵੀ ਛੋਟੀ ਜਿਹੀ ਮੁਟੇਸ਼ਨ ਜੀਨ ਲੈਵਲ 'ਤੇ ਹੋ ਸਕਦੀ ਹੈ, ਜਾਂ ਕਿਸੇ ਕ੍ਰੋਮੋਜ਼ੋਮ ਦਾ ਐਡ ਹੋ ਜਾਣਾ ਜਾਂ ਡਿਲੀਟ ਹੋ ਜਾਣਾ ਪੂਰੇ ਕ੍ਰੋਮੋਜ਼ੋਮ ਸੈੱਟ ਦੇ ਵਿੱਚੋਂ, ਜਾਂ ਕਿਸੇ ਪਰਸਨ ਦੇ ਕ੍ਰੋਮੋਜ਼ੋਮ ਸੈੱਟ ਦਾ ਇਨਕਰੀਜ਼ ਹੋ ਜਾਣਾ ਜਾਂ ਕ੍ਰੋਮੋਜ਼ੋਮ ਸੈੱਟ ਦਾ ਡਿਕਰੀਜ਼ ਹੋ ਜਾਣਾ। ਇਹ ਸਾਰੇ ਕੀ ਨੇ? ਜੈਨੇਟਿਕ ਡਿਸਆਰਡਰ ਦੇ ਕਾਰਨ ਨੇ। ਠੀਕ ਹੈ। ਮੋਸਟ ਜੈਨੇਟਿਕ ਡਿਸਆਰਡਰਸ ਆਰ ਕੁਆਇਟ ਰੇਅਰ ਐਂਡ ਅਫੈਕਟ ਵਨ ਪਰਸਨ ਇਨ ਸੈਵਰਲ ਥਾਊਜ਼ੈਂਡਸ ਔਰ ਮਿਲੀਅਨਸ। ਅਤੇ ਜਿਹੜੇ ਜੈਨੇਟਿਕ ਡਿਸਆਰਡਰ ਨੇ ਉਹ ਰੇਅਰ ਨੇ, ਅਤੇ ਇੱਕ ਪਰਸਨ ਹੀ ਇਫੈਕਟ ਹੁੰਦਾ ਹੈ ਕਿੰਨੇ ਲੱਖਾਂ ਜਿਹੜੇ ਪਰਸਨ ਨੇ ਉਹਨਾਂ ਵਿੱਚੋਂ। ਠੀਕ ਹੈ। ਜੈਨੇਟਿਕ ਡਿਸਆਰਡਰਸ ਮੇ ਰਿਜ਼ਲਟ ਬਾਈ ਕਿਹਦੇ ਕਰਕੇ ਜੈਨੇਟਿਕ ਡਿਸਆਰਡਰ ਹੋ ਸਕਦੇ ਨੇ? ਪੁਆਇੰਟ ਮਿਊਟੇਸ਼ਨ ਕਰਕੇ ਜਾਂ ਡਿਲੀਸ਼ਨ ਆਫ ਜੀਨਸ ਕਰਕੇ। ਪੁਆਇੰਟ ਮਿਊਟੇਸ਼ਨ ਕੀ ਹੁੰਦੀ ਹੈ? ਕਿਸੇ ਇੱਕ ਬੇਸ ਪੇਅਰ ਦਾ ਸਬਸਟੀਟਿਊਟ ਹੋ ਜਾਣਾ, ਡਿਲੀਟ ਹੋ ਜਾਣਾ ਜਾਂ ਐਡ ਹੋ ਜਾਣਾ, ਜਾਂ ਕਿਸੇ ਇੱਕ ਪੂਰੇ ਜੀਨ ਦਾ ਐਡ ਹੋ ਜਾਣਾ ਜਾਂ ਡਿਲੀਟ ਹੋ ਜਾਣਾ ਫਰੋਮ ਜੈਨੇਟਿਕ ਮਟੀਰੀਅਲ, ਜਾਂ ਹੋਲ ਕ੍ਰੋਮੋਜ਼ੋਮ ਜਿਹੜਾ ਹੈਗਾ ਉਹਦਾ ਐਕਸਟਰਾ ਐਡ ਅਪ ਹੋ ਜਾਣਾ ਜਾਂ ਉਹਦਾ ਮਿਸ ਹੋ ਜਾਣਾ। ਕਲੀਅਰ? ਇਹਦੇ ਕਰਕੇ ਕੀ ਹੋ ਜਾਂਦੇ ਨੇ? ਜੈਨੇਟਿਕ ਡਿਸਆਰਡਰਸ, ਜਿਹੜੇ ਕਿ ਨੇ ਇੱਕ ਬਹੁਤ ਹੀ ਜ਼ਿਆਦਾ ਪ੍ਰੋਬਲਮੈਟਿਕ ਡਿਜ਼ੀਜ਼ਿਜ਼ ਨੇ ਜਿਨ੍ਹਾਂ ਦਾ ਕੋਈ ਪੱਕਾ ਇਲਾਜ ਨਹੀਂ ਹੈ। ਸੋ ਇਹ ਕੀ ਹੈ? ਜਿਹੜਾ ਕੈਰੀਓਟਾਈਪ ਹੈ, ਕੈਰੀਓਟਾਈਪ ਕੀ ਹੁੰਦਾ? ਅਰੇਂਜਮੈਂਟ ਆਫ ਕ੍ਰੋਮੋਜ਼ੋਮਸ ਅਕੋਰਡਿੰਗ ਟੂ ਦੇਅਰ ਲੈਂਥ। ਇਹ ਕੀ ਹੈ? ਹਿਊਮਨ ਮੇਲ ਦਾ ਕੈਰੀਓਟਾਈਪ ਦਿਖਾਇਆ ਹੋਇਆ। ਸਭ ਤੋਂ ਵੱਡਾ ਜਿਹੜਾ ਕ੍ਰੋਮੋਜ਼ੋਮ ਲੈਂਥ ਵਾਲਾ ਹੁੰਦਾ ਹੈ ਕ੍ਰੋਮੋਜ਼ੋਮ, ਉਹਨੂੰ ਪਹਿਲੇ ਨੰਬਰ 'ਤੇ ਰੱਖੀਦਾ, ਅਤੇ ਜਿਉਂ ਉਹਨਾਂ ਦੀ ਲੈਂਥ ਛੋਟੀ ਹੁੰਦੀ ਜਾਂਦੀ ਹੈ ਉਹਨਾਂ ਨੂੰ ਅੱਗੇ ਫਰਦਰ ਆਪਾਂ ਰੱਖਦੇ ਹਾਂ। ਠੀਕ ਹੈ। ਇਹ 23 ਪੇਅਰ ਆਫ ਕ੍ਰੋਮੋਜ਼ੋਮਸ ਹੁੰਦੇ ਆ ਹਿਊਮਨਸ 'ਚ। ਦੇਖੋ 22 ਦਿਖਾਏ ਹੋਏ ਨੇ ਆਟੋਜ਼ੋਮਸ। ਠੀਕ ਹੈ। ਨੰਬਰਿੰਗ ਕੀਤੀ ਹੋਈ ਹੈ, ਅਤੇ ਲਾਸਟ ਦੇ ਵਿੱਚ ਦੇਖੋ ਰੈੱਡ ਕਲਰ ਨਾਲ X ਅਤੇ Y ਕ੍ਰੋਮੋਜ਼ੋਮ ਲਿਖਿਆ ਹੈ। ਕਿਹੜੇ ਕ੍ਰੋਮੋਜ਼ੋਮ ਨੇ? ਸੈਕਸ ਕ੍ਰੋਮੋਜ਼ੋਮ। ਕਿਉਂਕਿ ਆਪਾਂ ਕਿਹਦਾ ਕੈਰੀਓਟਾਈਪ ਦੇਖ ਰਹੇ ਹਾਂ? ਇਹ ਮੇਲ ਦਾ ਕੈਰੀਓਟਾਈਪ। ਕਲੀਅਰ? ਸੋ ਇਸ ਜਿਹੜਾ ਕੈਰੀਓਟਾਈਪ ਹੈ ਇਹਦੇ ਵਿੱਚੋਂ ਕਿਸੇ ਵੀ ਕ੍ਰੋਮੋਜ਼ੋਮ ਦੇ ਅੰਦਰ ਜਾਂ ਤਾਂ ਜੀਨ ਲੈਵਲ 'ਤੇ ਮਿਊਟੇਸ਼ਨ ਹੋ ਜੇ, ਜਾਂ ਕ੍ਰੋਮੋਜ਼ੋਮ ਐਕਸਟਰਾ ਐਡ ਹੋ ਜੇ ਇਹਨਾਂ 'ਚ, ਜਾਂ ਕ੍ਰੋਮੋਜ਼ੋਮ ਕਿਸੇ ਵੀ ਟਾਈਪ ਦਾ ਡਿਲੀਟ ਹੋ ਜੇ, ਤਾਂ ਉਹਦੇ ਕਰਕੇ ਕੀ ਹੋ ਜੂਗੀ? ਪ੍ਰੋਬਲਮ ਹੋ ਜੂਗੀ ਉਸ ਇੰਡੀਵਿਜੂਅਲ ਨੂੰ, ਜਿਹੜੀ ਕੀ ਹੋਊਗੀ? ਇਲਾਜ ਹੋਊਗੀ। Next is the types of genetic disorders. There are mainly two types of genetic disorders: Mendelian disorders and second one are chromosomal disorders. In this video we will focus upon Mendelian disorders. So what are Mendelian disorders? These are the disorders that are caused due to alteration or mutation of single gene. ਕਿਸੇ ਇੱਕ ਸਿੰਗਲ ਜੀਨ ਦੇ ਵਿੱਚ ਕੋਈ ਨਾ ਕੋਈ ਮੁਟੇਸ਼ਨ ਆ ਜਾਏ ਜਾਂ ਉਹਦੀ ਬੇਸ ਪੇਅਰ ਦੇ ਵਿੱਚ ਆਲਟਰੇਸ਼ਨ ਹੋ ਜੇ, ਅਤੇ ਉਹਦੇ ਕਰਕੇ ਆਪਾਂ ਨੂੰ ਕੋਈ ਵੀ ਡਿਜ਼ੀਜ਼ ਹੋ ਜਾਂਦੀ ਹੈ, ਉਹਨੂੰ ਕੀ ਕਹਿੰਦੇ ਆਪਾਂ? ਮੈਂਡੇਲੀਅਨ ਡਿਸਆਰਡਰ। ਸੋ ਇਟ ਕੈਨ ਬੀ ਟਰਾਂਸਮਿਟਡ ਫਰੋਮ ਪੇਰੈਂਟਸ ਟੂ ਦੀ ਆਫਸਪ੍ਰਿੰਗ। ਕਿਉਂਕਿ ਇਹ ਜੈਨੇਟਿਕ ਮਟੀਰੀਅਲ 'ਚ ਹੋ ਗਿਆ ਜਿਹੜੀ ਮਿਊਟੇਸ਼ਨ ਹੈ, ਤਾਂ ਇਹ ਪੇਰੈਂਟਸ ਟੂ ਆਫਸਪ੍ਰਿੰਗ ਜਾਣ ਦੇ ਵੀ ਚਾਂਸਿਸ ਹੁੰਦੇ ਨੇ। ਠੀਕ ਹੈ। ਸੋ ਇਹ ਕਿੰਨੀ ਕੁ ਪ੍ਰਚਲਿਤ ਹੈ, ਇਹ ਮਤਲਬ ਕਿੰਨਾ ਕੁ ਪਾਸ ਔਨ ਹੋ ਸਕਦਾ ਇਹ ਡਿਸਆਰਡਰ ਫਰੋਮ ਪੇਰੈਂਟਸ ਟੂ ਆਫਸਪ੍ਰਿੰਗ? ਉਹ ਕਿੱਥੋਂ ਆਪਾਂ ਟਰੇਸ ਕਰ ਸਕਦੇ ਹਾਂ? ਫਰੋਮ ਪੈਡੀਗਰੀ ਐਨਾਲਿਸਿਸ। ਕਲੀਅਰ ਹੈ? ਤੁਸੀਂ ਪਹਿਲਾਂ ਪੜ੍ਹੀ ਹੈ। ਠੀਕ ਹੈ। ਐਂਸੈਸਟਰਲ ਹਿਸਟਰੀ ਨੂੰ ਕੀ ਕਹਿੰਦੇ ਆਪਾਂ? ਪੈਡੀਗਰੀ ਐਨਾਲਿਸਿਸ। ਅਤੇ ਜਿਹੜੇ ਮੈਂਡੇਲੀਅਨ ਡਿਸਆਰਡਰ ਨੇ ਉਹ ਦੋ ਤਰ੍ਹਾਂ ਦੇ ਹੋ ਸਕਦੇ ਨੇ: ਆਟੋਜ਼ੋਮਲ ਐਂਡ ਸੈਕਸ ਲਿੰਕਡ। ਆਟੋਜ਼ੋਮਲ ਕਿਹੜੇ ਹੁੰਦੇ ਨੇ? ਜਿਹੜੇ ਆਟੋਜ਼ੋਮ ਕ੍ਰੋਮੋਜ਼ੋਮ ਨਾਲ ਰਿਲੇਟਿਡ ਹੋਣ। ਜੇ ਆਟੋਜ਼ੋਮ ਕ੍ਰੋਮੋਜ਼ੋਮ ਦੇ ਉੱਪਰ ਕਿਸੇ ਵੀ ਜੀਨ ਦੇ ਵਿੱਚ ਡਿਫੈਕਟ ਆ ਗਿਆ ਤਾਂ ਉਹਨੂੰ ਕੀ ਕਹਾਂਗੇ? ਆਟੋਜ਼ੋਮਲ ਮੈਂਡੇਲੀਅਨ ਡਿਸਆਰਡਰ। ਜੇ ਸੈਕਸ ਕ੍ਰੋਮੋਜ਼ੋਮ ਦੇ ਉੱਪਰ ਕਿਸੇ ਵੀ ਜੀਨ ਦੇ ਵਿੱਚ ਕੋਈ ਨਾ ਕੋਈ ਪ੍ਰੋਬਲਮ ਆ ਗਈ, ਠੀਕ ਹੈ, ਤਾਂ ਉਹਨੂੰ ਕੀ ਕਹਾਂਗੇ? ਸੈਕਸ ਲਿੰਕਡ ਮੈਂਡੇਲੀਅਨ ਡਿਸਆਰਡਰ। ਇਹ ਡੋਮੀਨੈਂਟ ਕੇਸ ਵੀ ਹੋ ਸਕਦਾ ਅਤੇ ਰਿਸੈਸਿਵ ਕੇਸ ਵੀ ਹੁੰਦਾ। ਡੋਮੀਨੈਂਟ ਕੇਸ ਮੋਸਟਲੀ ਸ਼ੋ ਹੋਊਗਾ ਫਰੋਮ ਵਨ ਜਨਰੇਸ਼ਨ ਟੂ ਅਦਰ, ਪਰ ਜੇ ਰਿਸੈਸਿਵ ਟਰੇਟ ਹੈ ਤਾਂ ਉਹ ਗੈਪ ਵੀ ਹੋ ਸਕਦਾ, ਚਾਂਸਿਸ ਇਹ ਹੁੰਦੇ ਨੇ ਕਿ ਉਹ ਘੱਟ ਸ਼ੋ ਹੋਊਗਾ। ਕਲੀਅਰ? Next are the examples. Examples of Mendelian disorders are hemophilia, color blindness, phenylketonuria, thalassemia,
ਐਂਡ ਸਿਕਲ ਸੈੱਲ ਐਨੀਮੀਆ। ਦੀਜ਼ ਆਰ ਦੀ ਕਾਮਨ ਐਗਜ਼ਾਮਪਲਸ। ਇਹ ਕਾਮਨ ਐਗਜ਼ਾਮਪਲਸ ਨੇ, ਠੀਕ ਹੈ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਨੇ ਡਿਸਆਰਡਰਸ, ਪਰ ਇਹ ਤੁਸੀਂ ਮੇਨਸ ਬੇਸਿਕਲੀ ਪੜ੍ਹਦੇ ਹੋ, ਠੀਕ ਹੈ। ਤਾਂ ਇਹਦੇ ਵਿੱਚੋਂ ਤੁਸੀਂ 2 ਡਿਸਆਰਡਰ ਪਹਿਲਾਂ ਪੜ੍ਹ ਚੁੱਕੇ ਹੋ, ਸਿਕਲ ਸੈੱਲ ਐਨੀਮੀਆ ਅਤੇ ਥੈਲੇਸੀਮੀਆ। ਇਸ ਵੀਡੀਓ 'ਚ ਆਪਾਂ ਕਲਰ ਬਲਾਈਂਡਨੈਸ ਅਤੇ ਹੀਮੋਫੀਲੀਆ ਬਾਰੇ ਡਿਸਕਸ ਕਰਾਂਗੇ। ਸੋ ਫਸਟਲੀ, ਵਟ ਇਜ਼ ਕਲਰ ਬਲਾਈਂਡਨੈਸ? ਕਲਰ ਬਲਾਈਂਡਨੈਸ ਮੀਨਸ ਕਲਰਸ ਨੂੰ ਡਿਫਰੈਂਸ਼ੀਏਟ ਕਰਨ ਦੀ ਪਾਵਰ ਨਾ ਹੋਵੇ ਕਿਸੇ ਪਰਸਨ ਕੋਲ, ਠੀਕ ਹੈ। ਤਾਂ ਬੇਸਿਕਲੀ ਜਿਹੜੇ ਪਰਸਨ ਕਲਰ ਬਲਾਈਂਡ ਹੁੰਦੇ ਨੇ ਉਹਨਾਂ ਨੂੰ ਕੀ ਟਰਬਲ ਹੁੰਦੀ ਹੈ? ਰੈੱਡ, ਗਰੀਨ ਅਤੇ ਬਲੂ ਕਲਰ ਜਾਂ ਉਹਨਾਂ ਦੇ ਮਿਕਸਚਰ ਨੂੰ ਉਹ ਡਿਫਰੈਂਸ਼ੀਏਟ ਨਹੀਂ ਕਰ ਪਾਉਂਦੇ, ਠੀਕ ਹੈ। ਜਾਂ ਕਦੇ ਰੇਅਰ ਪਰਸਨ ਉਹ ਹੋਊਗਾ ਜਿਹਨੂੰ ਕੋਈ ਵੀ ਕਲਰ ਨਹੀਂ ਦਿਖੂਗਾ। ਕਲੀਅਰ? ਇਹ ਕਲਰ ਬਲਾਈਂਡਨੈਸ ਹੈ ਜਿਹੜੀ, ਇਹਨੂੰ ਸੈਕਿੰਡ ਨੇਮ ਕੀ ਦਿੰਦੇ ਆਪਾਂ? ਕਲਰ ਵਿਜ਼ਨ ਪ੍ਰੋਬਲਮ। ਅਤੇ ਜੇ ਕਿਸੇ ਵੀ ਪਰਸਨ ਨੂੰ ਕਲਰ ਵਿਜ਼ਨ ਪ੍ਰੋਬਲਮ ਹੈ ਤਾਂ ਉਹਦੀ ਲਾਈਫ ਟੋਟਲੀ ਚੇਂਜ ਹੋ ਜਾਂਦੀ ਹੈ, ਬਿਕੋਜ਼ ਹੀ ਕਾਂਟ ਸੀ ਔਰ ਕਾਂਟ ਡਿਫਰੈਂਸ਼ੀਏਟ ਬਿਟਵੀਨ ਦਾ different colors that are present on this earth or present in the environment. Next are the causes of color blindness. There are basically 2 causes of color blindness: genetic condition and acquired condition, right? genetic condition ਕੀ ਹੁੰਦੀ ਹੈ? ਪੇਰੈਂਟਸ ਤੋਂ ਪਾਸ ਆਨ ਹੋਇਆ ਕਰੈਕਟਰ। ਐਕਵਾਇਰਡ ਹੁੰਦਾ ਮਤਲਬ ਪਰਸਨ ਨੇ ਖੁਦ ਇਨਵਾਇਰਮੈਂਟਲ ਕੰਡੀਸ਼ਨ ਜਾਂ ਖੁਦ ਫਿਜ਼ੀਕਲੀ ਜਿਹੜੀ ਉਹਦੀ ਕੰਡੀਸ਼ਨ ਆ ਬੋਡੀ ਦੀ, ਉਹਦੇ ਕਰਕੇ ਉਹਨੂੰ ਉਹ ਪ੍ਰੋਬਲਮ ਆਈ ਹੋਵੇ, ਠੀਕ ਹੈ। ਸੋ ਫਸਟਲੀ ਆਪਾਂ ਡਿਸਕਸ ਕਰਾਂਗੇ ਜੈਨੇਟਿਕ ਕੰਡੀਸ਼ਨਸ ਕਰਕੇ। ਜੈਨੇਟਿਕ ਕੰਡੀਸ਼ਨਸ ਕਰਕੇ ਕਿਉਂ ਹੁੰਦਾ? ਕਿਉਂਕਿ ਜਿਹੜੀ ਆ ਇਹ ਰੈੱਡ, ਗਰੀਨ ਔਰ ਬਲੂ ਕਲਰ ਬਲਾਈਂਡਨੈਸ ਹੈ ਉਹ ਹਮੇਸ਼ਾ ਪਾਸ ਡਾਊਨ ਹੁੰਦੀ ਹੈ ਫਰੋਮ ਪੇਰੈਂਟਸ, ਰਾਈਟ। ਐਂਡ ਦੀ ਜੀਨ ਰਿਸਪੋਂਸੀਬਲ ਇਜ਼ ਔਨ ਐਕਸ ਕ੍ਰੋਮੋਜ਼ੋਮ। ਅਤੇ ਜਿਹੜਾ ਜੀਨ ਹੈ ਜਿਹਦੇ ਕਰਕੇ ਇਹ ਕਲਰ ਬਲਾਈਂਡਨੈਸ ਦੀ ਪ੍ਰੋਬਲਮ ਆਉਂਦੀ ਹੈ ਉਹ ਕੀਤੇ ਹੁੰਦਾ ਐਕਸ ਕ੍ਰੋਮੋਜ਼ੋਮ। ਐਕਸ ਕ੍ਰੋਮੋਜ਼ੋਮ ਕੀ ਹੈ? ਸੈਕਸ ਕ੍ਰੋਮੋਜ਼ੋਮ ਮਤਲਬ ਇਹ ਸੈਕਸ ਲਿੰਕਡ ਡਿਜ਼ੀਜ਼ ਹੈ, ਠੀਕ ਹੈ। ਤੋ ਇਹਦੇ ਕਰਕੇ ਹੁੰਦੀ ਹੈ, ਠੀਕ ਹੈ। ਕਿਉਂ? ਕਿਉਂਕਿ ਜਿਹੜਾ ਜੀਨ ਹੈ ਉਹ ਕੀ ਹੋ ਜਾਊਗਾ? ਡਿਫੈਕਟਿਵ ਹੋ ਜਾਊਗਾ। ਅਤੇ ਜਿਹੜੇ ਮੇਲਸ ਨੇ ਉਹ ਜਨਰਲੀ ਜ਼ਿਆਦਾ ਇਫੈਕਟ ਕਰ ਹੁੰਦੇ ਨੇ ਐਜ਼ ਕੰਪੇਅਰ ਟੂ ਫੀਮੇਲਸ। ਅਤੇ ਫੀਮੇਲਸ ਜਨਰਲੀ ਕੀ ਹੁੰਦੇ ਨੇ? ਕੈਰੀਅਰ ਹੁੰਦੀਆਂ ਨੇ। ਉਹਨਾਂ 'ਚ ਇਹ ਟਰੇਟ ਸ਼ੋ ਨਹੀਂ ਹੁੰਦਾ ਪਰ ਉਹ ਅੱਗੇ ਪਾਸ ਔਨ ਕਰ ਸਕਦੀਆਂ ਨੇ, ਠੀਕ ਹੈ। ਸੋ ਇਹ ਕਿਉਂ ਹੁੰਦਾ ਹੈ ਕਲਰ ਬਲਾਈਂਡਨੈਸ? ਕਿਉਂਕਿ ਜਿਹੜੇ ਆਪਣੇ ਆਈ ਹੈ ਉਹਦੇ ਵਿੱਚ ਇੱਕ ਰੈਟੀਨਾ ਨਾਂ ਦੀ ਲੇਅਰ ਹੁੰਦੀ ਹੈ ਜਿਹਦੇ ਉੱਪਰ ਆਪਣੀ ਲਾਈਟ ਰੇਜ਼ ਰਿਫਲੈਕਟ ਹੁੰਦੀਆਂ ਨੇ ਅਤੇ ਆਪਾਂ ਨੂੰ ਸਾਰੀਆਂ ਚੀਜ਼ਾਂ ਵਿਜ਼ੀਬਲ ਹੁੰਦੀਆਂ ਨੇ। ਉਹਦੇ ਉੱਪਰ 2 ਤਰ੍ਹਾਂ ਦੇ ਸੈੱਲਸ ਹੁੰਦੇ ਨੇ ਲਾਈਟ ਸੈਂਸਿਟਿਵ ਸੈੱਲਸ, ਰੋਡਸ ਐਂਡ ਕੋਨਸ। ਰੋਡ ਸੈੱਲਸ ਦਾ ਕੀ ਕੰਮ ਹੁੰਦਾ? ਨਾਈਟ ਦੇ ਵਿੱਚ ਜਾਂ ਘੱਟ ਲਾਈਟ ਦੇ ਵਿੱਚ ਆਪਾਂ ਨੂੰ ਵਿਜ਼ਨ ਪ੍ਰੋਵਾਈਡ ਕਰਨਾ, ਠੀਕ ਹੈ। ਅਤੇ ਜਿਹੜੇ ਕੋਨ ਸੈੱਲਸ ਨੇ ਉਹਨਾਂ ਦਾ ਕੀ ਕੰਮ ਹੁੰਦਾ? ਕਲਰਸ ਨੂੰ ਡਿਫਰੈਂਸ਼ੀਏਟ ਕਰਨਾ, ਠੀਕ ਹੈ। ਕਿਹੜੇ ਰੰਗ ਦਾ ਦੀ ਚੀਜ਼ ਹੈ ਜਾਂ ਕਿਹੜੇ ਰੰਗ ਦਾ ਕੋਈ ਆਪਾਂ ਨੂੰ ਪਰਸਨ ਕੱਪੜਾ ਦਿਖਾ ਰਿਹਾ, ਕੁਛ ਵੀ ਦਿਖਾ ਰਿਹਾ, ਠੀਕ ਹੈ। ਆਪਾਂ ਕੁਛ ਵੀ ਦੇਖ ਰਹੇ ਹਾਂ ਉਹ ਸਾਰਾ ਕੁਛ ਕੀ ਕੌਣ ਦੱਸਦਾ ਆਪਾਂ ਨੂੰ? ਕੌਣ ਸੁਜੈਸਟ ਕਰਦਾ? ਕੋਨ ਸੈੱਲਸ, ਠੀਕ ਹੈ। ਸੋ ਇਹ ਕੋਨ ਸੈੱਲਸ ਦੇ ਉਹ 3 ਟਾਈਪਸ ਦੇ ਹੁੰਦੇ ਨੇ: ਐਲ ਕੋਨਸ, ਐਮ ਕੋਨਸ ਐਂਡ ਐਸ ਕੋਨਸ। ਐਲ ਕੋਨਸ ਰੈੱਡ ਲਾਈਟ ਨੂੰ ਸੈਂਸ ਕਰਦੇ ਨੇ, ਐਮ ਕੋਨਸ ਗ੍ਰੀਨ ਲਾਈਟ ਨੂੰ ਅਤੇ ਐਸ ਕੋਨਸ ਬਲੂ ਲਾਈਟ ਨੂੰ। ਅਤੇ ਇਹਨਾਂ ਤਿੰਨਾਂ ਸੈੱਲਸ ਦੇ ਵਿੱਚ ਜੇ ਕਿਸੇ 'ਚ ਵੀ ਪ੍ਰੋਬਲਮ ਆ ਜਾਂਦੀ ਹੈ ਤਾਂ ਆਪਾਂ ਕਲਰਸ ਨੂੰ ਡਿਫਰੈਂਸ਼ੀਏਟ ਨਹੀਂ ਕਰ ਪਾਉਂਦੇ। When you see an object, light enters your eye and stimulates the cone cells. Your brain interpret the signals from cone cell enable you to see the color of object, right? ਜਦੋਂ ਕਹਿੰਦੇ ਲਾਈਟ ਆਉਂਦੀ ਹੈ, ਠੀਕ ਹੈ, ਉਹ ਕਿੱਥੇ ਵੱਜਦੀ ਹੈ ਕਿ ਕਿੱਥੇ ਫੋਲ ਹੁੰਦੀ ਹੈ? ਰੈਟੀਨਾ ਦੇ ਉੱਪਰ। ਰੈਟੀਨਾ ਦੇ ਉੱਪਰ ਕੀ ਹੁੰਦੇ ਨੇ? ਕੋਨ ਸੈੱਲਸ। ਕੋਨ ਸੈੱਲਸ ਉਹਨੂੰ ਸਟੀਮੂਲੇਟ ਕਰਦੀ ਹੈ, ਠੀਕ ਹੈ। ਉਹਨੂੰ ਸਟੀਮੂਲੇਟ ਕਰਦੀ ਹੈ ਤਾਂ ਕਿ ਆਪਣੇ ਬ੍ਰੇਨ ਕੋਲ ਸਿਗਨਲ ਜਾ ਸਕਣ ਜਿਹੜੇ ਆਪਾਂ ਨੂੰ ਕਲਰ ਦੱਸਦੇ ਨੇ। ਨੈਕਸਟ ਇਜ਼ ਦੀ ਸੈਕਿੰਡ ਕਾਜ਼ ਆਫ ਕਲਰ ਬਲਾਈਂਡਨੈਸ, ਦੈਟ ਇਜ਼ ਐਕਵਾਇਰਡ ਕਲਰ ਬਲਾਈਂਡਨੈਸ। ਐਕਵਾਇਰਡ ਹੁੰਦੀ ਹੈ ਪਰਸਨ ਦੀ ਖੁਦ ਦੀ ਹੈਲਥ ਕੰਡੀਸ਼ਨ ਕਰਕੇ ਜਾਂ ਇਨਵਾਇਰਮੈਂਟਲ ਕੰਡੀਸ਼ਨ ਜਿਨ੍ਹਾਂ 'ਚ ਉਹ ਰਹਿੰਦਾ ਉਹਦੇ ਕਰਕੇ ਉਹਨੂੰ ਇਹ ਪ੍ਰੋਬਲਮ ਆਈ ਹੈ। ਸੋ ਫਸਟ ਕੀ ਹੋ ਸਕਦੀ ਹੈ ਕੰਡੀਸ਼ਨ? ਉਹ ਏਜਿੰਗ। ਸੈਕਿੰਡ ਆਈ ਪ੍ਰੋਬਲਮ such as glaucoma, cataracts, etc. And third one is injury to eye and fourth is side effects of some medicine. ਇਹਨਾਂ ਕਰਕੇ ਵੀ ਕਿਸੇ ਪਰਸਨ ਨੂੰ ਕਲਰ ਬਲਾਈਂਡਨੈਸ ਹੋ ਸਕਦੀ ਹੈ। ਨੈਕਸਟ ਆਰ ਦੀ ਕ੍ਰੋਸਿਸ ਦੈਟ ਸ਼ੋ ਦੀ ਇਨਹੈਰੀਟੈਂਸ ਆਫ ਕਲਰ ਬਲਾਈਂਡਨੈਸ, ਠੀਕ ਹੈ। ਆਪਾਂ ਦੇਖਾਂਗੇ ਵੀ ਕਲਰ ਬਲਾਈਂਡਨੈਸ ਹੁਣ ਕਿਵੇਂ ਪਾਸ ਔਨ ਹੁੰਦੀ ਹੈ ਫਰੋਮ ਪੇਰੈਂਟਸ ਟੂ ਦੀ ਆਫਸਪ੍ਰਿੰਗ, ਕੀ ਟਰੈਂਡ ਹੈ, ਠੀਕ ਹੈ। ਪਹਿਲਾ ਕ੍ਰੋਸ ਹੈ if a color blind marries with a non color blind woman, ਠੀਕ ਹੈ। ਇੱਕ ਕਲਰ ਬਲਾਈਂਡ ਮੈਨ ਹੈ, ਠੀਕ ਹੈ, ਉਹਨੂੰ ਕਲਰ ਨਹੀਂ ਦਿਖਦੇ ਅਤੇ ਉਹ ਕਿਹਦੇ ਨਾਲ ਮੈਰਿਜ ਕਰਵਾਉਂਦਾ? ਇੱਕ ਵੂਮਨ ਨਾਲ ਜਿਹੜੀ ਨੋਨ ਕਲਰ ਬਲਾਈਂਡ ਹੈ, ਨਾ ਹੀ ਉਹ ਕੈਰੀਅਰ ਹੈ, ਮਤਲਬ ਬਿਲਕੁਲ ਨੋਰਮਲ ਹੈ, ਠੀਕ ਹੈ। ਉਹਦੇ ਵਿੱਚ ਕੋਈ ਡਿਫੈਕਟਿਵ ਜੀਨ ਨਹੀਂ ਹੈ। ਸੋ ਜੇ ਉਹਨਾਂ ਦੇ ਆਫਸਪ੍ਰਿੰਗਸ ਹੋਣਗੇ ਉਹਨਾਂ 'ਚ ਕੀ ਟਰੈਂਡ ਹੋਊਗਾ ਇਸ ਪਾਸ ਔਨ ਹੋਣ ਦਾ ਜੀਨ? ਸੋ ਜਦੋਂ ਆਪਾਂ ਦੇਖਾਂਗੇ ਕਿ ਉਹਨਾਂ ਦੇ ਜਿਹੜੇ ਸਨ ਹੋਣਗੇ,
ठीक है। उनका कोई भी सन होगा ਉਹਦੇ ਵਿੱਚ कोई भी कलर ब्लाइंडनेस नहीं आऊगी। तो जे डॉटर होणगियां ਉਹ ਕੀ ਹੋਣਗੀਆਂ कैरियर ਹੋਣਗੀਆਂ कलर ब्लाइंड जीन ਦੀਆਂ। कलर ब्लाइंड ਤਾਂ नहीं ਹੋਣਗੀਆਂ पर ਉਹ ਕੀ ਕਰਨਗੇ कैरियर ਹੋਣਗੀਆਂ ਆਪਣੇ ਤੋਂ ਅੱਗੇ ਵਾਲੀ ਜਨਰੇਸ਼ਨ 'ਚ। ਜੇ ਕਿਤੇ ਉਹਨਾਂ ਦੀ ਮੈਰਿਜ ਹੋਊਗੀ ਨਾ ਡਾਟਰਸ ਦੀ ਤਾਂ ਉਹ ਆਪਣੇ ਆਫਸਪ੍ਰਿੰਗ 'ਚ ਪਾਸ ਔਨ ਕਰ ਸਕਦੀਆਂ ਨੇ ਇਸ ਜੀਨ ਨੂੰ, ਠੀਕ ਹੈ। ਸੋ ਸੈਕਿੰਡ ਕ੍ਰੋਸ ਹੈ ਨੋਨ ਕਲਰ ਬਲਾਈਂਡ ਮੈਨ। ਜਿਹੜਾ ਪਰਸਨ ਹੈ ਮੈਨ ਹੈ ਉਹਦੇ ਵਿੱਚ ਕੋਈ ਡਿਫੈਕਟ ਨਹੀਂ ਹੈ, ਉਹਦੀ ਮੈਰਿਜ ਹੁੰਦੀ ਹੈ ਕੈਰੀਅਰ ਕਲਰ ਬਲਾਈਂਡ ਫੀਮੇਲ ਨਾਲ, ਠੀਕ ਹੈ। ਜਿਹੜੀ ਫੀਮੇਲ ਆ ਉਹ ਕੀ ਹੈ ਕੈਰੀਅਰ ਹੈ, ਠੀਕ ਹੈ। ਉਹਦੇ 'ਚ ਕਲਰ ਬਲਾਈਂਡਨੈਸ ਤਾਂ ਨਹੀਂ ਹੈ ਪਰ ਉਹਦੇ 'ਚ ਜੀਨ ਐਸਾ ਜਿਹੜਾ ਅੱਗੇ ਪਾਸ ਔਨ ਹੋ ਸਕਦਾ, ਠੀਕ ਹੈ। ਸੋ ਜੇ ਇਹਨਾਂ ਦੇ ਆਫਸਪ੍ਰਿੰਗ ਹੋਣਗੇ ਉਹਨਾਂ 'ਚ ਕੀ ਟਰੈਂਡ ਹੋਊਗਾ 50% ਚਾਂਸ ਹੋਊਗਾ ਕਿ ਸਨ ਕਲਰ ਬਲਾਈਂਡਨੈਸ ਹੋ ਸਕਦਾ, ਹੋ ਵੀ ਸਕਦਾ ਨਹੀਂ ਵੀ ਹੋ ਸਕਦਾ। ਅਤੇ 50% ਚਾਂਸ ਇਹ ਹੋਊਗਾ ਕਿ ਉਹਨਾਂ ਦੀਆਂ ਡਾਟਰਸ ਕੈਰੀਅਰ ਹੋ ਸਕਦੀਆਂ ਨੇ ਕਲਰ ਬਲਾਈਂਡਨੈਸ ਲਈ, ਜਾਂ 50% ਨਹੀਂ ਵੀ ਹੋ ਸਕਦੀ, ਠੀਕ ਹੈ। ਥਰਡ ਕ੍ਰੋਸ ਕਲਰ ਬਲਾਈਂਡ ਮੈਨ ਐਂਡ ਕਲਰ ਬਲਾਈਂਡ ਕੈਰੀਅਰ ਵੂਮਨ, ਠੀਕ ਹੈ। ਕਲਰ ਬਲਾਈਂਡ ਮੈਨ ਕਿਹਦੇ ਨਾਲ ਮੈਰੀ ਕਰਦਾ ਕਲਰ ਬਲਾਈਂਡ ਕੈਰੀਅਰ ਵੂਮਨ ਦੇ ਨਾਲ, ਠੀਕ ਹੈ। ਦੋਨਾਂ ਦੇ ਕੋਲ ਡਿਫੈਕਟਿਵ ਜੀਨ ਆ ਗਿਆ। ਸੋ ਕੀ ਟਰੈਂਡ ਹੋਊਗਾ ਜੀਨ ਦੇ ਪਾਸ ਔਨ ਹੋਣ ਦਾ 50% ਚਾਂਸ ਹੋਣਗੇ ਇੱਥੇ ਵੀ ਕਿ ਜਿਹੜੇ ਸਨ ਨੇ ਉਹ ਕਲਰ ਬਲਾਈਂਡ ਹੋਣਗੇ ਜਾਂ ਨਹੀਂ ਹੋਣਗੇ, ਠੀਕ ਹੈ। ਅਤੇ 50% ਚਾਂਸਿਸ ਆਫ ਡਾਟਰਸ ਬੀਇੰਗ ਕਲਰ ਬਲਾਈਂਡ ਔਰ ਕਲਰ ਬਲਾਈਂਡ ਕੈਰੀਅਰ। 50% ਚਾਂਸ ਹੋਣਗੇ ਕਿ ਜਿਹੜੀ ਡਾਟਰ ਆ ਉਹ ਕਲਰ ਬਲਾਈਂਡ ਹੋਊਗੀ, ਅਤੇ 50% ਚਾਂਸ ਹੋਣਗੇ ਕਿ ਡਾਟਰ ਕੀ ਹੋਊਗੀ ਕਲਰ ਬਲਾਈਂਡ ਜੀਨ ਦੀ ਕੈਰੀਅਰ ਹੋਊਗੀ, ਠੀਕ ਹੈ। ਫੋਰਥ ਕ੍ਰੋਸ ਨੋਨ ਕਲਰ ਬਲਾਈਂਡ ਮੈਨ ਐਂਡ ਕਲਰ ਬਲਾਈਂਡ ਵੂਮਨ, ਠੀਕ ਹੈ। ਜਿਹੜਾ ਫਾਦਰ ਹੈ ਉਹ ਕੀ ਹੈ ਨੋਨ ਕਲਰ ਬਲਾਈਂਡ ਹੈ, ਅਤੇ ਜਿਹੜੀ ਮਦਰ ਆ ਉਹ ਕੀ ਹੈ ਕਲਰ ਬਲਾਈਂਡ ਹੈ, ਠੀਕ ਹੈ। ਸੋ ਜਦੋਂ ਉਹਨਾਂ ਦੀ ਆਫਸਪ੍ਰਿੰਗਸ ਹੋਣਗੇ ਉਹ ਤਾਂ ਕੀ ਟਰੈਂਡ ਹੋਊਗਾ ਜਿਹੜੇ ਸਨਸ ਨੇ ਉਹ ਕੀ ਹੋਣਗੇ ਕਲਰ ਬਲਾਈਂਡ ਹੋ ਸਕਦੇ ਨੇ, ਠੀਕ ਹੈ। ਅਤੇ ਜਿਹੜੀਆਂ ਡਾਟਰਸ ਨੇ ਉਹ ਕੀ ਹੋਣਗੀਆਂ ਕੈਰੀਅਰਸ ਹੋਣਗੀਆਂ ਫॉर ਦੀ ਕਲਰ ਬਲਾਈਂਡ ਜੀਨ। ਕਲੀਅਰ? These crosses are very important, so you have to note it down very carefully. The questions can arrive on these crosses. So diagnosis, so ਇਹਨੂੰ ਕਿਵੇਂ diagnose ਕਰ ਸਕਦੇ ਹਾਂ ਇਸ ਪ੍ਰੋਬਲਮ ਨੂੰ। It may be difficult to detect in children with inherited color vision deficiency as they don't know what's wrong with them. If you have eye test with optometrist, he should check your color vision as a matter of routine. ਸੋ ਇੱਕ ਬੱਚਾ ਨਹੀਂ ਦੱਸ ਸਕਦਾ ਕਿਉਂਕਿ ਉਹਨੂੰ ਤਾਂ ਪਤਾ ਹੀ ਨਹੀਂ ਹੁੰਦਾ ਕਿਹੜੇ ਕਲਰ ਨੇ। ਹੌਲੀ ਹੌਲੀ ਜਿਉਂ ਬਾਏ ਏਜ ਉਹ ਡਿਫਰੈਂਸ਼ੀਏਟ ਕਰਨ ਲੱਗਦਾ ਕਲਰਸ ਨੂੰ, ਉਹਨੂੰ ਪਤਾ ਲੱਗਦਾ ਵੀ ਹਾਂ ਆਪਾਂ ਨੂੰ ਪਤਾ ਲੱਗਦਾ ਵੀ ਇਹਨੂੰ ਕੋਈ ਪ੍ਰੋਬਲਮ ਹੈ, ਸਹੀ ਐਗਜ਼ੈਕਟ ਕਲਰ ਨਹੀਂ ਦੱਸ ਪਾ ਰਿਹਾ, ਰਾਈਟ। ਸੋ ਨੋਰਮਲੀ ਆਪਾਂ ਜਿਹੜਾ ਟੈਸਟ ਕਰਦੇ ਹਾਂ ਟੂ ਡਿਟੈਕਟ ਦੀ ਕਲਰ ਬਲਾਈਂਡਨੈਸ ਉਹ ਕੀ ਆ ਐਸ਼ਰਾਜ਼ ਟੈਸਟ। ਉਹਦੇ ਵਿੱਚ ਕੀ ਹੁੰਦਾ ਜਿਵੇਂ ਤੁਸੀਂ ਨੀਚੇ ਦੇਖ ਸਕਦੇ ਹੋ ਇੱਦਾਂ ਦੇ ਸਰਕਲ ਦੇ ਵਿੱਚ ਨੰਬਰਸ ਲਿਖੇ ਹੁੰਦੇ ਨੇ ਅਤੇ ਡਿਫਰੈਂਟ ਕਲਰਸ ਦੇ ਜਿਹੜੇ ਸਰਕਲ ਨੇ ਉਹਨਾਂ ਨਾਲ ਲਿਖੇ ਹੁੰਦੇ ਨੇ, ਅਤੇ ਉਹ ਇੱਦਾਂ ਸਪਰੈਡ ਅਪ ਜੇ ਹੋਏ ਪਏ ਹੁੰਦੇ ਨੇ। ਕਲਰ ਕਲੀਅਰਲੀ ਨਹੀਂ ਦਿਖਦਾ, ਠੀਕ ਹੈ, ਅਤੇ ਜਿਹੜਾ ਨੰਬਰ ਆ ਉਹ ਵੀ ਕਲੀਅਰਲੀ ਨਹੀਂ ਦਿਖਦਾ, ਪਰ ਜਿਹੜਾ ਪਰਸਨ ਨੋਰਮਲ ਹੋਊਗਾ ਉਹ ਨੰਬਰ ਡਿਟੈਕਟ ਕਰ ਸਕਦਾ ਇਹਦੇ ਵਿੱਚੋਂ। ਜਿੱਦਾਂ ਫਸਟ ਪਲੇਟ 'ਚ 12 ਲਿਖਿਆ, ਸੈਕਿੰਡ 'ਚ 35 ਅਤੇ ਥਰਡ 'ਚ 6 ਲਿਖਿਆ। ਜੇ ਇਹ ਆਪਾਂ ਜਿਹੜਾ ਨੋਰਮਲ ਪਰਸਨ ਆ ਉਹ ਦੇਖ ਸਕਦਾ, ਇਹਨੂੰ ਡਿਫਰੈਂਸ਼ੀਏਟ ਕਰ ਸਕਦਾ, ਪਰ ਜਿਹੜਾ ਕਲਰ ਬਲਾਈਂਡ ਹੋਊਗਾ ਉਹਨੂੰ ਨੰਬਰਸ ਦਾ ਕਰੈਕਟ ਪਤਾ ਨਹੀਂ ਚੱਲੂਗਾ, ਅਤੇ ਇਹਦੇ ਤੋਂ ਡਿਟੈਕਟ ਹੋ ਜਾਂਦਾ ਕਿ ਇਹ ਪਰਸਨ ਕੀ ਹੈ ਕਲਰ ਬਲਾਈਂਡ ਹੈ। ਸੋ ਇਹਦੀ ਟਰੀਟਮੈਂਟ ਕੀ ਹੈ ਦੇਰ ਇਜ਼ ਕਰੰਟਲੀ ਨੋ ਟਰੀਟਮੈਂਟ। Color filters or contact lenses can be used in some situation to enhance the brightness between some colors. For acquired color vision deficiency, once the cause has been established and treated, your vision may return to normal. So currently ਇਹਦੀ ਕੋਈ ਟਰੀਟਮੈਂਟ ਨਹੀਂ ਹੈ, ਪਰ ਕਈ ਵਾਰ ਆਪਾਂ ਕਲਰ ਫਿਲਟਰ ਜਾਂ ਕੰਟੈਕਟ ਲੈਂਸਿਸ ਲਗਾ ਕੇ ਇਸ ਪ੍ਰੋਬਲਮ ਤੋਂ ਨੂੰ ਦੂਰ ਕਰ ਸਕਦੇ ਹਾਂ, ਜਾਂ ਆਪਾਂ ਕਿਸੇ ਵੀ ਜਿਹੜਾ ਆਈ ਸਪੈਸ਼ਲਿਸਟ ਹੈ ਉਹ ਤੁਹਾਡਾ ਟਰੀਟਮੈਂਟ ਕਰਦਾ, ਠੀਕ ਹੈ, ਕਿਸੇ ਵੀ ਓਪਰੇਸ਼ਨ ਦੇ ਥਰੂ ਉਹਨੂੰ ਤੁਹਾਨੂੰ ਨੋਰਮਲ ਵਿਜ਼ਨ 'ਤੇ ਲੈ ਕੇ ਆ ਸਕਦਾ, ਬਟ ਚਾਂਸਿਸ ਆਰ ਵੈਰੀ ਲੋ। ਪੀਪਲ ਲਿਵਿੰਗ ਵਿਦ ਕਲਰ ਬਲਾਈਂਡਨੈਸ, ਜਿਹੜੇ ਪੀਪਲ ਨੇ ਉਹਨਾਂ ਨੂੰ ਕੀ ਪ੍ਰੋਬਲਮ ਆਉਂਦੀਆਂ ਨੇ ਕਲਰ ਬਲਾਈਂਡਨੈਸ ਜੇ ਅਗਰ ਉਹਨਾਂ ਨੂੰ ਹੈ। ਕਲਰ ਬਲਾਈਂਡ ਪੀਪਲ ਫੇਸ ਮੈਨੀ ਡਿਫੀਕਲਟੀਜ਼, right? Problems can arise in even the most simple of activities including choosing and preparing food, gardening, sports, driving a car and selecting clothing, ਠੀਕ ਹੈ। ਹੁਣ ਆਪਾਂ ਬਾਕੀ ਗੱਲਾਂ ਛੱਡੋ, ਕਾਰ ਡਰਾਈਵ ਕਰਨ ਦੀ ਗੱਲ ਕਰੋ, ਰੈੱਡ ਗ੍ਰੀਨ ਅਤੇ ਯੈਲੋ ਕਲਰ ਦੇ ਸਿਗਨਲਸ ਹੁੰਦੇ ਨੇ, ਠੀਕ ਹੈ। ਜਦੋਂ ਆਪਾਂ ਨੂੰ ਪਤਾ ਲੱਗਦਾ ਸਟੋਪ ਕਰਨਾ, ਸਟੋਪ ਹੋਣ ਵਾਲੇ ਆ ਜਾਂ ਚੱਲਣਾ, ਠੀਕ ਹੈ,
ਜੇ ਉਹ ਪਰਸਨ ਡਿਫਰੈਂਸ਼ੀਏਟ ਹੀ ਨਹੀਂ ਕਰ ਪਾਉਂਦਾ ਰੈੱਡ ਗ੍ਰੀਨ ਕਲਰ ਦੇ ਵਿੱਚ, ਤਾਂ ਉਹਨੂੰ ਕਿੱਦਾਂ ਪਤਾ ਲੱਗੂ ਵੀ ਰੈੱਡ ਸਿਗਨਲ ਹੋਇਆ ਕਿ ਗ੍ਰੀਨ ਸਿਗਨਲ ਹੋਇਆ, ਉਹਨੂੰ ਪ੍ਰੋਬਲਮ ਆਉਂਦੀ ਹੈ ਵਾਈਲ ਡਰਾਈਵਿੰਗ, ਜਾਂ ਉਹਨੇ ਕਲੋਥਿੰਗ ਸ਼ੋਪਿੰਗ ਕਰਨੀ ਹੈ, ਠੀਕ ਹੈ, ਤਾਂ ਉਹਨੂੰ ਉੱਥੇ ਵੀ ਪ੍ਰੋਬਲਮ ਆਊਗੀ, ਉਹ ਡਿਫੀਕਲਟੀ ਆਉਂਦੀ ਹੈ ਉਸ ਪਰਸਨ ਨੂੰ ਫॉर ਸਿਲੈਕਟਿੰਗ ਹਿਜ਼ ਔਰ ਹਰ ਕਲੋਥਸ। Next is the second type of Mendelian disorder that we have to discuss. It is the hemophilia. So what is hemophilia? Hemophilia is a coagulation disorder arising from a genetic defect of X chromosome. Any of several hereditary blood coagulation disorders in which the blood fails to clot, normally because of the deficiency or abnormality of one of the clotting factors. Hemophilia, a recessive trait associated with X chromosome, mostly occurred in males. ਹੈਮੋਫੀਲੀਆ ਕੀ ਹੈ? ਇੱਕ ਕੋਗੂਲੇਸ਼ਨ ਡਿਸਆਰਡਰ, ਠੀਕ ਹੈ। ਖੂਨ ਜਦੋਂ ਆਪਣੇ ਸੱਟ ਵੱਜਦੀ ਹੈ ਜੰਮ ਜਾਂਦਾ, ਠੀਕ ਹੈ, ਜੰਮ ਜਾਂਦਾ ਤਾਂ ਆਪਾਂ ਨੂੰ ਫਾਇਦਾ ਹੁੰਦਾ ਕਿਉਂਕਿ ਬਲੱਡ ਲੋਸ ਨਹੀਂ ਹੁੰਦਾ ਬੋਡੀ 'ਚੋਂ। ਸੋ ਜੇ ਉਹ ਜੰਮੂਗਾ ਨਹੀਂ, ਕੋਗੂਲੇਟ ਨਹੀਂ ਹੋਊਗਾ, ਠੀਕ ਹੈ, ਉਹਨੂੰ ਕੀ ਕਹਿੰਦੇ ਆਪਾਂ? ਕੋਗੂਲੇਸ਼ਨ ਡਿਸਆਰਡਰ। ਉਹ ਡਿਸਆਰਡਰ ਦਾ ਕੀ ਨਾਮ ਹੈ? ਹੈਮੋਫੀਲੀਆ, ਠੀਕ ਹੈ। ਕਿਉਂ ਹੁੰਦਾ? ਕਿਉਂਕਿ ਜਿਹੜਾ ਐਕਸ ਕ੍ਰੋਮੋਜ਼ੋਮ ਆ ਉਹਦੇ ਉੱਤੇ ਜੀਨ ਹੁੰਦਾ ਜਿਹੜਾ ਕੀ ਬਣਾਉਂਦਾ? ਕਲੌਟਿੰਗ ਫੈਕਟਰਸ। ਜੇ ਉਹ ਕਲੌਟਿੰਗ ਫੈਕਟਰਸ ਮਿਸਿੰਗ ਨੇ, ਠੀਕ ਹੈ, ਉਹਦੇ ਕਰਕੇ ਆਪਾਂ ਨੂੰ ਕੀ ਹੋ ਜਾਊਗਾ? ਹੈਮੋਫੀਲੀਆ ਨਾਮ ਦੀ ਡਿਜ਼ੀਜ਼, ਜਿਹਦੇ ਕਰਕੇ ਬਲੱਡ ਕੋਗੂਲੇਟ ਨਹੀਂ ਹੋਊਗਾ, ਅਤੇ ਜਦੋਂ ਵੀ ਆਪਣੇ ਸੱਟ ਵੱਜਦੀ ਹੈ ਜਾਂ ਕੋਈ ਇੰਜਰੀ ਹੁੰਦੀ ਹੈ ਉਹਦੇ 'ਚ ਬਲੱਡ ਲੋਸ ਕਾਫੀ ਹੱਦ ਤੱਕ ਹੋ ਜਾਂਦਾ ਅਤੇ ਉਹ ਪਰਸਨ ਦੀ ਡੈਥ ਵੀ ਹੋ ਸਕਦੀ ਹੈ। ਅਤੇ ਜਿਹੜੀ ਇਹ ਮੋਸਟਲੀ ਡਿਜ਼ੀਜ਼ ਹੈ ਕਿਹਦੇ 'ਚ ਪਾਈ ਜਾਂਦੀ ਹੈ? ਮੇਲਸ ਦੇ ਵਿੱਚ। Next are the causes of hemophilia. Hemophilia has a sex linked recessive inheritance, ठीक है, सेक्स क्रोमोसोम के थ्रू फैलती है, ठीक है, प्रॉब्लम। In most cases hemophilia is caused by a mutation in gene that codes for one of the clotting factors। क्यों होती है? क्योंकि ਜਿਹੜੇ ਜੀਨ ਨੇ ਐਕਸ ਕ੍ਰੋਮੋਸੋਮ ਦੇ ਉੱਪਰ ਪ੍ਰੈਜ਼ੈਂਟ ਨੇ, ਕਿਹਨੂੰ ਕੋਡ ਕਰਦੇ ਨੇ? ਕਲੌਟਿੰਗ ਫੈਕਟਰਸ ਨੂੰ। ਉਹਨਾਂ ਦੇ ਵਿੱਚ ਕੋਈ ਨਾ ਕੋਈ ਡਿਫੈਕਟ ਆ ਜਾਂਦਾ। ਸਿੰਸ the hemophilia gene is located on X chromosome, hemophilia usually occurs in males and female is the carrier of hemophilia। so ਇੱਥੇ ਕ੍ਰੋਸ ਦੇਖੋ ਤੁਸੀਂ, ਜਿਹੜੇ ਉੱਪਰ ਫਾਦਰ ਦੇ ਜੀਨ ਨੇ X ਤੇ Y, X ਰੈੱਡ ਕਲਰ ਦਾ ਸ਼ੋ ਕੀਤਾ ਉਹਦਾ ਮਤਲਬ ਉਹਦੇ 'ਚ ਕੀ ਹੈ? ਡਿਫੈਕਟ ਹੈ, ਠੀਕ ਹੈ, ਕ੍ਰੋਮੋਜ਼ੋਮ ਦੇ ਵਿੱਚ। ਅਤੇ ਇੱਧਰ ਲੈਫਟ ਹੈਂਡ ਸਾਈਡ 'ਤੇ ਜਦੋਂ ਤੁਸੀਂ ਦੇਖੋਗੇ ਮਦਰ ਦੇ ਕ੍ਰੋਮੋਜ਼ੋਮ ਨੀਚੇ ਨੂੰ ਲਿਖੇ ਹੋਏ ਨੇ ਉਹ ਨੋਰਮਲ ਨੇ, ਠੀਕ ਹੈ। ਅਤੇ ਜਦੋਂ ਉਹਨਾਂ ਦੀ ਮੈਰਿਜ ਹੋਈ ਆਪਸ 'ਤੇ ਉਹਨਾਂ ਦੇ ਜਿਹੜੇ ਪ੍ਰੋਜਨੀ ਹੋਣਗੇ, 4 ਪ੍ਰੋਜਨੀ ਦਿਖਾਏ ਨੇ ਜਨਰਲੀ, ਠੀਕ ਹੈ, ਤਾਂ ਜਿਹੜੀਆਂ ਜਿਹੜੇ ਮੇਲਸ ਹੋਣਗੇ, ਠੀਕ ਹੈ, ਉਹ ਕੀ ਨੇ? ਨੋਰਮਲ ਨੇ, ਅਤੇ ਜਿਹੜੀਆਂ ਫੀਮੇਲ ਨੇ ਉਹ ਕੀ ਨੇ? ਕੈਰੀਅਰ ਹੋਣਗੀਆਂ ਹੈਮੋਫੀਲੀਆ ਡਿਜ਼ੀਜ਼ ਦੇ। XX ਵਾਲੇ ਕੀ ਹੁੰਦੇ ਨੇ? ਫੀਮੇਲ, ਅਤੇ XY ਵਾਲੇ ਮੇਲਸ ਹੁੰਦੇ ਨੇ, ਠੀਕ ਹੈ। ਸੋ ਇੱਥੇ ਫੀਮੇਲਸ ਕੀ ਹੋ ਗਈਆਂ? ਮਤਲਬ ਜਿਹੜੇ ਫੀਮੇਲ ਡਾਟਰਸ ਹੋ ਗਈਆਂ ਇਹਨਾਂ ਦੋਨਾਂ ਦੀਆਂ, ਠੀਕ ਹੈ। ਮਦਰ ਅਤੇ ਫਾਦਰ, ਮਦਰ ਨੋਰਮਲ ਸੀ ਅਤੇ ਫਾਦਰ ਹੈਮੋਫੀਲਿਕ ਸੀਗਾ, ਠੀਕ ਹੈ। ਅਤੇ ਜਿਹੜਾ ਫਾਦਰ ਸੀ ਉਹਨੇ ਕਿੱਥੇ ਪਾਸ ਔਨ ਕਰਤਾ ਇਹ ਟਰੇਟ? ਡਾਟਰਸ ਦੇ ਵਿੱਚ। ਡਾਟਰਸ ਕੀ ਨੇ? ਕੈਰੀਅਰਸ ਨੇ ਫॉर ਦੀ ਹੈਮੋਫੀਲੀਆ ਜੀਨ। ਸੋ ਇੱਥੇ ਆਪਾਂ ਕ੍ਰੋਸ ਨੂੰ ਡੀਪਲੀ ਦੇਖਦੇ ਹਾਂ। ਫਾਦਰ ਵਿਦਾਊਟ ਹੈਮੋਫੀਲੀਆ ਐਂਡ ਕੈਰੀਅਰ ਮਦਰ। ਜਿਹੜਾ ਗ੍ਰੀਨ ਕਲਰ ਲੈਫਟ ਹੈਂਡ ਸਾਈਡ 'ਤੇ ਫਾਦਰ ਨੋਰਮਲ ਦਿਖਾਇਆ ਹੋਇਆ, ਅਤੇ ਜਿਹੜੀ ਮਦਰ ਹੈ ਉਹ ਹਾਫ ਗ੍ਰੀਨ ਅਤੇ ਹਾਫ ਰੈੱਡ ਦਿਖਾਈ ਹੈ, ਮਤਲਬ ਉਹ ਕੀ ਹੈ? ਕੈਰੀਅਰ ਹੈ। ਅਤੇ ਜਿਹੜੇ ਇਹਨਾਂ ਦੇ ਆਫਸਪ੍ਰਿੰਗਸ ਹੋਣਗੇ ਉਹਨਾਂ ਵਿੱਚ ਕੀ ਟਰੈਂਡ ਹੋਊਗਾ? 50% ਚਾਂਸ ਹੋਣਗੇ ਕਿ ਸਨ ਵਿਦਾਊਟ ਹੈਮੋਫੀਲੀਆ ਹੋਊਗਾ, ਅਤੇ 50% ਚਾਂਸ ਹੋਣਗੇ ਕਿ ਸਨ ਨੂੰ ਹੈਮੋਫੀਲੀਆ ਹੋ ਸਕਦਾ। ਐਵੇਂ ਹੀ ਡਾਟਰ 'ਚ ਕੀ ਹੋਊਗਾ? 50% ਚਾਂਸ ਨੇ ਕਿ ਡਾਟਰ ਨੋਰਮਲ ਹੋਊਗੀ, ਕੋਈ ਵੀ ਜੀਨ ਡਿਫੈਕਟਿਵ ਨਹੀਂ ਹੋਊਗਾ, ਅਤੇ 50% ਚਾਂਸ ਨੇ ਕਿ ਡਾਟਰ ਕੈਰੀਅਰ ਹੋ ਸਕਦੀ ਹੈ ਹੈਮੋਫਿਲਿਕ ਜੀਨ ਦੇ ਲਈ, ਠੀਕ ਹੈ। ਅਤੇ ਇੱਕ ਰਾਈਟ ਹੈਂਡ ਸਾਈਡ 'ਤੇ ਦੇਖੋ ਇੱਕ ਕ੍ਰੋਸ ਹੈ, ਫਾਦਰ ਵਿਦ ਹੈਮੋਫੀਲੀਆ ਐਂਡ ਮਦਰ ਹੂ ਇਜ਼ ਨੋਟ ਅ ਕੈਰੀਅਰ। ਫਾਦਰ ਕੀ ਹੈ? ਰੈੱਡ ਕਲਰ ਨਾਲ ਸ਼ੋ ਕੀਤਾ ਹੋਇਆ ਸੈਕਿੰਡ ਟਾਈਪ ਦੇ ਕ੍ਰੋਸ ਦੇ ਵਿੱਚ, ਉਹਦਾ ਮਤਲਬ ਕਿ ਉਹ ਹੈਮੋਫੀਲੀਆ ਹੈਗਾ ਉਹਨੂੰ, ਅਤੇ ਮਦਰ ਗ੍ਰੀਨ ਹੈ, ਮਤਲਬ ਉਹਨੂੰ ਹੈਮੋਫੀਲੀਆ ਕੋਈ ਨਹੀਂ ਆ, ਨਾ ਹੀ ਉਹ ਕੈਰੀਅਰ ਹੈ, ਠੀਕ ਹੈ। ਸੋ ਉਹਨਾਂ ਦੇ ਜਿਹੜੇ ਆਫਸਪ੍ਰਿੰਗ ਹੋਣਗੇ ਉਹਨਾਂ 'ਚ ਕੀ ਟਰੈਂਡ ਹੋਊਗਾ? ਸਨ ਕੀ ਹੋਣਗੇ? ਬਿਲਕੁਲ ਫ੍ਰੀ ਹੋਣਗੇ, ਜਾਂ ਕਹਿ ਲਓ ਵਿਦਾਊਟ ਹੈਮੋਫੀਲੀਆ ਹੋਣਗੇ, ਉਹਨਾਂ 'ਚ ਕੋਈ ਪ੍ਰੋਬਲਮ ਨਹੀਂ ਆਊਗੀ। ਅਤੇ ਜਿਹੜੀਆਂ ਡਾਟਰ ਹੋਣਗੀਆਂ ਇਹਨਾਂ ਦੀਆਂ, ਉਹਨਾਂ ਦੇ ਵਿੱਚ ਕੀ ਹੈ? ਚਾਂਸਿਸ ਨੇ ਕਿ ਉਹ ਕੈਰੀਅਰ ਹੋਣਗੀਆਂ, 100% ਚਾਂਸ ਨੇ ਕਿ ਉਹ ਕੈਰੀਅਰ ਹੋਣਗੀਆਂ ਫॉर ਹੈਮੋਫਿਲਿਕ ਜੀਨ। ਉਹ ਅੱਗੇ ਪਾਸ ਔਨ ਕਰ ਸਕਦੀਆਂ ਨੇ ਟੂ ਦੇਅਰ ਆਫਸਪ੍ਰਿੰਗਸ। ਨੈਕਸਟ ਆਰ ਦੀ ਟਾਈਪਸ ਆਫ ਹੈਮੋਫੀਲੀਆ। ਦੇਰ ਆਰ ਬੇਸਿਕਲੀ 4 main types of hemophilia. Hemophilia A, which is due to the deficiency of coagulating factor 8, and hemophilia B due to deficiency of coagulating factor 9, and hemophilia C due to the deficiency of coagulating factor 11, and parahemophilia is due to the deficiency of coagulating factor 5.
ਵਟ ਆਰ ਦੀ ਜਨਰਲ ਸਿੰਪਟਮਸ ਆਫ ਹੈਮੋਫੀਲੀਆ, ਕੀ ਸਿੰਪਟਮ ਸ਼ੋ ਹੁੰਦੇ ਨੇ ਉਸ ਪਰਸਨ ਜਿਹਨੂੰ ਹੈਮੋਫੀਲੀਆ ਨਾਮ ਦੀ ਪ੍ਰੋਬਲਮ ਹੋਵੇ। ਬਲੀਡਿੰਗ ਇਨਟੂ ਜੁਆਇੰਟਸ ਔਰ ਮਸਲ ਕਾਜ਼ਿਸ ਸਵੈਲਿੰਗ ਐਂਡ ਪੇਨ, ਠੀਕ ਹੈ, ਜੁਆਇੰਟਸ ਦੇ ਵਿੱਚ ਬਲੀਡਿੰਗ ਹੋਣੀ ਸ਼ੁਰੂ ਹੋ ਜਾਂਦੀ ਹੈ ਅਤੇ ਪੇਨ ਹੁੰਦੀ ਹੈ ਅਤੇ ਸਵੈਲਿੰਗ ਹੁੰਦੀ ਹੈ, ਠੀਕ ਹੈ। ਫਰੀਕੁਐਂਟ ਨੋਜ਼ ਬਲੀਡਸ ਐਂਡ ਅਬਨੋਰਮਲ ਬਲੀਡਿੰਗ ਆਫਟਰ ਇੰਜਰੀ ਔਰ ਸਰਜਰੀ, ਨੱਕ ਦੇ ਵਿੱਚੋਂ ਖੂਨ ਨਿਕਲਦਾ ਰਹਿੰਦਾ ਫਰੀਕੁਐਂਟਲੀ, ਅਤੇ ਜਾਂ ਅਬਨੋਰਮਲ ਬਲੀਡਿੰਗ ਹੁੰਦੀ ਹੈ ਜਦੋਂ ਕੋਈ ਵੀ ਸਰਜਰੀ ਹੋਈ ਹੈ ਜਾਂ ਕੋਈ ਸੱਟ ਵੱਜੀ ਹੈ। ਬਲੱਡ ਫਾਊਂਡ ਇਨ ਯੂਰਿਨ ਐਂਡ ਈਜ਼ੀ ਬਰਡਿਸਿੰਗ, ਠੀਕ ਹੈ, ਯੂਰਿਨ ਦੇ ਵਿੱਚ ਬਲੱਡ ਨਜ਼ਰ ਆਉਂਦਾ, ਠੀਕ ਹੈ। ਸੋ ਆਪਾਂ ਨੂੰ ਇਸ ਦੇ ਲੱਛਣ ਦਿਖ ਰਹੇ ਨੇ, ਠੀਕ ਹੈ, ਸਵੈਲਿੰਗ ਹੋ ਗਈ ਜੁਆਇੰਟਸ ਦੇ ਵਿੱਚ, ਠੀਕ ਹੈ, ਜਾਂ ਫਰੀਕੁਐਂਟਲੀ ਬਲੱਡ ਬੰਦ ਨਹੀਂ ਹੁੰਦਾ ਇੰਜਰੀ ਤੋਂ ਬਾਅਦ, ਜਾਂ ਨੱਕ ਦੇ ਵਿੱਚੋਂ ਖੂਨ ਨਿਕਲਦਾ ਰਹਿੰਦਾ, ਜਾਂ ਯੂਰਿਨ ਦੇ ਵਿੱਚ ਬਲੱਡ ਆਉਂਦਾ, ਤਾਂ ਆਪਾਂ ਨੂੰ ਇਮੀਡੀਏਟਲੀ ਡਾਕਟਰਸ ਨੂੰ ਕੰਸਲਟ ਕਰਨਾ ਚਾਹੀਦਾ। ਕਿਉਂਕਿ ਆਪਾਂ ਨੂੰ ਹੈਮੋਫੀਲੀਆ ਨਾਮ ਦੀ ਪ੍ਰੋਬਲਮ ਹੋ ਸਕਦੀ ਹੈ। ਸੋ ਪ੍ਰੀਵੈਂਸ਼ਨ ਕੀ ਹੈ, ਕਿਉਂਕਿ ਕਹਿੰਦੇ ਦੇਰ ਇਜ਼ ਨੋ ਕਿਉਰ ਫॉर ਡਿਸਆਰਡਰ, ਇਸ ਚੀਜ਼ ਦੇ ਕੋਈ ਇਲਾਜ ਨਹੀਂ ਹੈ, ਪਰ ਆਪਾਂ ਸਿਰਫ ਕੀ ਰੱਖ ਸਕਦੇ ਹਾਂ, ਪ੍ਰੀਵੈਂਸ਼ਨ ਇਹੀ ਹੈ ਕਿ ਆਪਾਂ ਇੰਜਰੀਜ਼ ਨੂੰ ਅਵੋਇਡ ਕਰੀਏ, ਅਤੇ ਜਾਂ ਜੀਨ ਥੈਰੇਪੀ ਦੇ ਥਰੂ ਆਪਾਂ ਉਸ ਜੀਨ ਨੂੰ ਚੇਂਜ ਕਰੀਏ ਜਾਂ ਆਲਟਰ ਕਰੀਏ, ਠੀਕ ਹੈ, ਜਿਹੜਾ ਬਹੁਤ ਕੋਸਟਲੀ ਹੈ, ਤਾਂ ਉਹਨੂੰ ਕੋਈ ਅਫੋਰਡ ਕਰ ਸਕਦਾ, ਪਰ ਆਪਾਂ ਕੀ ਕਰ ਸਕਦੇ ਹਾਂ, ਇੰਜਰੀਜ਼ ਨੂੰ ਅਵੋਇਡ ਕਰੇ ਉਹ ਪਰਸਨ, ਤਾਂ ਕਿ ਉਹ ਸਰਵਾਈਵ ਕਰ ਸਕੇ। ਅਦਰਵਾਈਜ਼ ਜਿਹੜਾ ਉਹਦਾ ਬਲੱਡ ਲੋਸ ਹੈ ਜਾਂ ਕੋਗੂਲੇਸ਼ਨ ਹੈ, ਜਾਂ ਉਹਨੂੰ ਹੋਸਪਿਟਲਾਈਜ਼ ਕਰਨਾ ਪੈ ਜਾਊਗਾ, ਕੋਗੂਲੇਸ਼ਨ ਨਹੀਂ ਹੋਊਗੀ, ਬਲੱਡ ਲੋਸ ਜ਼ਿਆਦਾ ਹੋ ਜਾਊਗਾ, ਜਿਹਦੇ ਕਰਕੇ ਉਹਦੀ ਡੈਥ ਵੀ ਹੋ ਸਕਦੀ ਹੈ, ਤਾਂ ਉਹਨੂੰ ਕੋਈ ਹੋਰ ਪ੍ਰੋਬਲਮ ਜਿੱਦਾਂ ਸਵੈਲਿੰਗ ਪੇਨਸ ਹੁੰਦੀਆਂ ਰਹਿੰਦੇ ਨੇ ਜੁਆਇੰਟਸ ਦੇ ਵਿੱਚ, ਉਹ ਵੀ ਰਹਿ ਸਕਦੀਆਂ। ਕਲੀਅਰ? Thank you so much. That's all for today. Stay home, stay safe and take care.